ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ। ਚੋਣ ਦੰਗਲ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਗੱਲਾਂ, ਅਨੇਕਾਂ ਤਰ੍ਹਾਂ ਦੇ ਵਿਚਾਰ ਪੈਦਾ ਹੋ ਰਹੇ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ। ਚੋਣਾਂ ਦੇ ਦੌਰਾਨ ਕਈ ਤਰ੍ਹਾਂ ਦੇ ਵਿਚਾਰ ਇਹ ਕਹਿੰਦੇ ਨੇ ਕਿ ਜਿਹੜੀ ਕਿਸਾਨਾਂ ਦੀ ਪਾਰਟੀ ਹੈ, ਸੰਯੁਕਤ ਸਮਾਜ ਮੋਰਚਾ ਜਾਂ ਸੰਯੁਕਤ ਸੰਘਰਸ਼ ਮੋਰਚਾ, ਜਿੰਨੇ ਵੀ ਕਿਸਾਨੀ ਆਗੂ ਨੇ, ਕਿਤੇ ਨਾ ਕਿਤੇ ਇਹਨਾਂ ਦੀ ਆਪਸ ਵਿੱਚ ਵੀ ਨਹੀਂ ਬਣਦੀ। ਕਿਉਂਕਿ ਹੁਣ ਚੜੂਨੀ ਸਾਹਿਬ ਵੀ ਅਲੱਗ ਹੋ ਗਏ ਨੇ ਰਾਜੇਵਾਲ ਸਾਹਿਬ ਨਾਲੋਂ, ਕਿਉਂਕਿ ਟਿਕਟਾਂ ਨੂੰ ਲੈ ਕੇ, ਸੀਟਾਂ ਨੂੰ ਲੈ ਕੇ ਆਪਸ ਦੇ ਵਿੱਚ ਗੱਠਜੋੜ ਨਹੀਂ ਹੋ ਸਕਿਆ, ਆਪਸੀ ਸਹਿਮਤੀ ਨਹੀਂ ਬਣ ਸਕੀ। ਹੁਣ ਇਹ ਵੱਖੋ ਵੱਖ ਚੋਣਾਂ ਲੜਨਗੇ। ਸਮਝ ਨਹੀਂ ਆ ਰਿਹਾ ਇਹ ਹੋ ਕੀ ਰਿਹਾ। ਇਕੱਠੇ ਹੋ ਕੇ ਸੰਘਰਸ਼ ਕੀਤਾ, ਕਿਸਾਨਾਂ ਦੇ ਆਗੂ ਬਣ ਕੇ ਸੰਘਰਸ਼ ਕੀਤਾ ਤੇ ਇਸ ਮੋਰਚੇ ਨੂੰ ਜਿੱਤਿਆ, ਤੇ ਹੁਣ ਆਪਸ 'ਚ ਕਿਉਂ ਨਹੀਂ ਬਣਦੀ? ਜਾਂ ਫਿਰ ਉਦੋਂ ਵੀ ਨਹੀਂ ਬਣਦੀ ਸੀ ਤਾਂ ਇੱਕ ਮੁੱਦੇ ਲਈ ਲੜ ਰਹੇ ਸੀ। ਜਿਵੇਂ ਆਜ਼ਾਦੀ ਦੀ ਲੜਾਈ ਵਾਸਤੇ ਵੀ ਅਸੀਂ ਦੇਖਦੇ ਹਾਂ, ਸਾਨੂੰ 1947 'ਚ ਜਿਹੜੀ ਸਾਨੂੰ ਆਜ਼ਾਦੀ ਮਿਲੀ ਹੈ, ਉਸ ਤੋਂ ਪਹਿਲਾਂ ਵੀ ਇੱਕ ਮੁੱਦੇ ਉੱਤੇ ਲੋਕ ਟਿਕੇ ਹੋਏ ਸੀ। ਆਪਸ ਵਿੱਚ ਟਕਰਾਵ ਸੀ ਕਿਉਂਕਿ ਵਿਚਾਰਧਾਰਾਵਾਂ ਨਹੀਂ ਮਿਲਦੀਆਂ ਸੀ। ਕੋਈ ਗਰਮ ਦਲ ਸੀ, ਕੋਈ ਨਰਮ ਦਲ ਸੀ। ਠੀਕ ਉਸੇ ਤਰ੍ਹਾਂ ਹੁਣ ਵੀ ਉਹੀ ਹੈ, ਕਿਉਂਕਿ ਮਨੁੱਖ ਦਾ ਸੁਭਾਅ ਤਾਂ ਉਹੀ ਹੈ, ਆਪਸ 'ਚ ਬਣਦੀ ਨਹੀਂ। ਪਰ ਇੱਕ ਮੁੱਦੇ ਦੇ ਉੱਤੇ ਤਾਂ ਟਿਕਣਾ ਚਾਹੀਦਾ ਕਿ ਅਸੀਂ ਇੱਕ ਬਦਲਾਅ ਦੇਣਾ ਹੈ, ਇੱਕ ਨਵੀਂ ਪਾਰਟੀ ਦੇਣੀ ਹੈ, ਇੱਕ ਨਵਾਂ ਮਾਹੌਲ ਸਿਰਜਣਾ ਹੈ। ਇਸ ਕਰਕੇ ਮੁੱਦੇ ਦੇ ਉੱਤੇ ਟਿਕੇ ਰਹੋ। ਆਪਸ ਦੇ ਵਿੱਚ ਇਹ ਈਗੋ ਕਲੈਸ਼ ਕਿਉਂ ਹੈ? ਆਪਸ ਦੇ ਵਿੱਚ ਸੰਘਰਸ਼ ਕਿਉਂ ਸ਼ੁਰੂ ਹੋ ਗਿਆ? ਤੇ ਹੁਣ ਕਿਸਾਨ ਵੀ ਵੱਖ-ਵੱਖ ਹੋ ਗਏ ਨੇ। ਸਾਰੀਆਂ ਜਥੇਬੰਦੀਆਂ ਤਾਂ ਪਹਿਲਾਂ ਵੀ ਰਾਜ਼ੀ ਨਹੀਂ ਸੀ, ਪਰ ਹੁਣ ਜੇ ਰਾਜ਼ੀ ਹੋਈਆਂ ਨੇ ਤਾਂ ਆਪਸ ਵਿੱਚ ਫਿਰ ਵਖਰੇਵਾਂ ਹੈ, ਸੀਟਾਂ ਨੂੰ ਲੈ ਕੇ, ਟਿਕਟਾਂ ਨੂੰ ਲੈ ਕੇ। ਅੰਦਰ ਦੀ ਗੱਲ ਇਹ ਵੀ ਆਉਂਦੀ ਹੈ ਕਿ ਇਹ ਕਿਸਾਨ ਮੋਰਚਾ ਜੋ ਸਿਆਸੀ ਪਾਰਟੀ ਦੇ ਰੂਪ ਦੇ ਵਿੱਚ ਉੱਭਰਿਆ ਹੈ, ਇਹ ਕਿਤੇ ਨਾ ਕਿਤੇ ਬੀਜੇਪੀ ਦੀ ਆਪਣੀ ਖੇਡ ਤਾਂ ਨਹੀਂ ਹੈ ਤਾਂ ਕਿ ਕਿਸਾਨਾਂ ਦੀ ਵੋਟ ਤੋੜੀ ਜਾ ਸਕੇ। ਇਹ ਕਿਸਾਨ ਪਾਰਟੀਆਂ ਕਿਸਾਨਾਂ ਦੀ ਵੋਟ ਲੈ ਜਾਣ, ਅਕਾਲੀ ਪਾਰਟੀਆਂ ਦੀ ਸਰਕਾਰ ਨਾ ਬਣ ਸਕੇ, ਕਿਉਂਕਿ ਉਹਨਾਂ ਦੀ ਜ਼ਿਆਦਾ ਵੋਟ ਕਿਸਾਨਾਂ ਦੀ ਵੋਟ ਹੈ ਤੇ ਆਮ ਆਦਮੀ ਪਾਰਟੀ ਨੂੰ ਵੀ ਕਿਸਾਨਾਂ ਦੀ ਵੋਟ ਨਾ ਮਿਲੇ, ਪੇਂਡੂ ਖੇਤਰ ਦੀਆਂ ਵੋਟਾਂ ਨਾ ਮਿਲਣ, ਆਪਸ 'ਚ ਵਖਰੇਵਾਂ ਹੋਣ ਕਰਕੇ ਵੰਡੀਆਂ ਜਾਣ ਤਿੰਨੋਂ ਪਾਰਟੀਆਂ ਦੇ ਅੰਦਰ, ਅਕਾਲੀ ਪਾਰਟੀ ਵਿੱਚ, ਕਿਸਾਨਾਂ ਵਿੱਚ ਤੇ ਆਮ ਆਦਮੀ ਪਾਰਟੀ ਦੇ ਵਿੱਚ। ਜਿਹੜੀ ਸ਼ਹਿਰੀ ਵੋਟ ਹੈ ਉਹਦੇ ਉੱਤੇ ਤਾਂ ਬੀਜੇਪੀ ਦਾ ਕਬਜ਼ਾ ਹੈ ਹੀ, ਕਿਉਂਕਿ ਬੀਜੇਪੀ ਖੇਡਦੀ ਹੀ ਸ਼ਹਿਰਾਂ ਦੇ ਵਿੱਚ ਹੈ। ਪਿੰਡਾਂ ਦੇ ਵਿੱਚ ਉਹਦਾ ਕੋਈ ਇੰਨਾ ਅਸਲ ਰਸੂਖ ਨਹੀਂ, ਪਿੰਡਾਂ ਦੇ ਵਿੱਚ ਉਹਦਾ ਕੋਈ ਇੰਨਾ ਜ਼ਿਆਦਾ ਕਬਜ਼ਾ ਨਹੀਂ ਹੈ ਵੋਟਾਂ ਦੇ ਉੱਤੇ ਜਿੰਨਾ ਸ਼ਹਿਰਾਂ ਦੇ ਵਿੱਚ ਹੈ। ਤਾਂ ਇਹ ਬੀਜੇਪੀ ਦੀ ਗੇਮ ਹੈ, ਅੰਦਰੋਂ ਮਾਹਿਰ ਇਹ ਵੀ ਮੰਨਦੇ ਨੇ। ਤਾਂ ਇਹ ਸਾਰੀ ਸਿਆਸਤ ਸਮਝ ਨਹੀਂ ਆ ਰਹੀ ਕਿ ਲੋਕਾਂ ਦੇ ਪੱਲੇ ਕੀ ਪੈਣਾ, ਕਿ ਇਹਨਾਂ ਨੇ ਆਪਸ ਦੇ ਵਿੱਚ ਹੀ ਸਮੀਕਰਨ ਬਣਾਈ ਜਾਣੇ ਨੇ। ਤੇ ਨਾਲ ਦੀ ਨਾਲ ਗੱਲ ਇਹ ਵੀ ਆ ਰਹੀ ਹੈ ਕਿ ਅਕਾਲੀਆਂ ਦੇ ਅੰਦਰ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਹੈ। ਵੱਡੇ ਬਾਦਲ ਸਾਹਿਬ ਵੀ ਸ਼ਾਇਦ ਇਸ ਵਾਰ ਇਲੈਕਸ਼ਨਸ ਦੇ ਵਿੱਚ ਉਤਰ ਰਹੇ ਨੇ। ਗੱਲ ਤਾਂ ਤਕਰੀਬਨ ਪੱਕੀ ਲੱਗਦੀ ਹੈ, ਉਹ ਵੀ ਚੋਣਾਂ ਲੜਨਗੇ। ਬਾਕੀ ਸੁਖਬੀਰ ਭਾਜੀ ਤਾਂ ਲੜਨਗੇ ਹੀ ਲੜਨਗੇ, ਕਿਉਂਕਿ ਉਹ ਤਾਂ CM ਦਾ ਚਿਹਰਾ ਨੇ ਆਪਣੀ ਪਾਰਟੀ ਦਾ। ਤੇ ਨਾਲ ਦੀ ਨਾਲ ਮਜੀਠੀਆ ਸਾਹਿਬ ਵੀ ਹੁਣ ਬਾਹਰ ਆ ਚੁੱਕੇ ਨੇ ਤੇ ਉਹ ਵੀ ਠੀਕ ਹੈ ਕਿ ਸ਼ਾਮਿਲ ਨੇ ਉਸ ਇਨਕੁਆਇਰੀ ਦੇ ਵਿੱਚ ਜੋ ਉਹਨਾਂ ਦੇ ਖਿਲਾਫ ਕੇਸ ਬਣਿਆ ਹੋਇਆ ਹੈ। 18 ਤਰੀਕ ਤੱਕ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਹੈ ਤੇ ਇਨਕੁਆਇਰੀ ਚੱਲ ਰਹੀ ਹੈ। ਉਹ ਇਨਕੁਆਇਰੀ ਦੇ ਵਿੱਚ ਸਾਥ ਦੇ ਰਹੇ ਨੇ ਔਰ ਜਿਹੜੇ ਸਾਰੇ ਆਫੀਸਰ ਸਾਹਿਬਾਨ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਨੇ। ਅੱਗੇ ਜਾ ਕੇ ਇਹ ਅਕਾਲੀ ਪਾਰਟੀ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਊਗਾ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ, ਕਿਉਂਕਿ ਕੁੱਲ ਮਿਲਾ ਕੇ ਸਥਿਤੀ ਕਾਫੀ ਨਾਜ਼ੁਕ ਹੈ। ਮਜੀਠੀਆ ਸਾਹਿਬ ਸਟਾਰ ਨੇ ਇਹਨਾਂ ਦੇ ਕੈਂਪੇਨਸ ਦੇ, ਹਮੇਸ਼ਾ ਪ੍ਰੈਸ ਕਾਨਫਰੰਸਿਸ ਲੈਂਦੇ ਨੇ, ਹਮੇਸ਼ਾ ਪਾਰਟੀ ਦੀ ਕੈਂਪੇਨ ਕਰਦੇ ਨੇ ਜਦੋਂ ਵੀ ਇਲੈਕਸ਼ਨਸ ਦਾ ਦੌਰ ਆਉਂਦਾ ਹੈ। ਔਰ ਉਂਝ ਵੀ ਕਾਫੀ ਮਸ਼ਹੂਰ ਨੇਤਾ ਨੇ, ਕਾਫੀ ਸੀਨੀਅਰ ਨੇਤਾ ਨੇ। ਪਰ ਇਸ ਵਕਤ ਜੋ ਕੇਸ ਬਣਿਆ ਹੋਇਆ ਹੈ, ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਇਹ ਇੱਕ ਸਿਆਸੀ ਖੇਡ ਹੈ, ਉਹਨਾਂ ਨੂੰ ਫਸਾਇਆ ਜਾ ਰਿਹਾ ਹੈ। ਉਹ ਆਪਣੀ ਇਹੀ ਪਲੀ ਦੇ ਰਹੇ ਨੇ ਕੋਰਟਸ ਦੇ ਵਿੱਚ ਵੀ, ਇਨਕੁਆਇਰੀ ਬੋਰਡ ਦੇ ਅੱਗੇ ਵੀ। ਪਰ ਫਿਰ ਵੀ ਜੋ ਇਨਕੁਆਇਰੀ ਹੈ ਉਹ ਇਨਕੁਆਇਰੀ ਹੈ, ਉਹਦਾ ਕੀ ਰਿਜ਼ਲਟ ਆਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ। ਇਸ ਕਰਕੇ ਅਕਾਲੀ ਪਾਰਟੀ ਦੀ ਸਥਿਤੀ ਵੀ ਕਾਫੀ ਨਾਜ਼ੁਕ ਹੈ। ਤੇ ਕਾਂਗਰਸ ਦੇ ਅੰਦਰ ਤੇ ਆਪਣੀ ਧੜੇਬਾਜ਼ੀ ਹੈ, ਕਿਉਂਕਿ ਸਿੱਧੂ ਸਾਹਿਬ ਇੱਕ ਬਹੁਤ ਮਸ਼ਹੂਰ ਚਿਹਰਾ, ਹਾਲਾਂਕਿ ਪਾਰਟੀ ਪ੍ਰਧਾਨ ਨੇ ਪੰਜਾਬ ਦੇ, ਔਰ ਆਪਣਾ ਕੋਈ ਖਾਸ ਸਥਾਨ ਪਾਰਟੀ ਦੇ ਅੰਦਰ ਨਹੀਂ ਬਣਾ ਸਕੇ। ਕਾਰਨ ਇਹ ਹੈ ਬਿਆਨਬਾਜ਼ੀਆਂ, ਕਾਰਨ ਇਹ ਹੈ ਉਹਨਾਂ ਦੇ ਸਟੈਂਡ ਦਾ ਪਤਾ ਨਹੀਂ ਲੱਗਦਾ, ਕਾਰਨ ਇਹ ਆਪਣੀ ਪਾਰਟੀ ਦੇ ਖਿਲਾਫ ਹੀ ਕਈ ਵਾਰ ਬੋਲ ਜਾਂਦੇ ਨੇ, ਕਾਰਨ ਇਹ ਹੈ ਕਿ ਆਪਣੀ ਪਾਰਟੀ ਦੇ ਸਟਰਕਚਰ ਦੇ ਖਿਲਾਫ ਬੋਲ ਜਾਂਦੇ ਨੇ, ਆਪਣੀ ਪਾਰਟੀ ਦੇ ਸੰਵਿਧਾਨ ਦੇ ਖਿਲਾਫ ਬੋਲ ਜਾਂਦੇ ਨੇ, ਕਾਰਨ ਇਹ ਹੈ ਕਿ ਆਪਣੀ ਪਾਰਟੀ ਦੇ ਜਿਹੜੇ ਵੱਡੇ ਵੱਡੇ ਨੇਤਾ ਨੇ ਉਹਨਾਂ ਦੇ ਖਿਲਾਫ ਵੀ ਬੋਲ ਜਾਂਦੇ ਨੇ। ਕੁਝ ਪਤਾ ਨਹੀਂ ਲੱਗਦਾ ਉਹਨਾਂ ਦਾ ਮੂਡ ਕਿਸ ਵਕਤ ਕਿੱਧਰ ਜਾਂਦਾ। ਕਈ ਵਾਰ ਐਸਾ ਟਵੀਟ ਕਰ ਦਿੰਦੇ ਨੇ। ਹੁਣ ਇੱਕ ਹੋਰ ਟਵੀਟ ਕੀਤਾ ਹੈ ਕਿ ਜਾਂ ਤਾਂ ਸਿਸਟਮ ਰਹੂਗਾ ਜਾਂ ਮੈਂ ਰਹੂੰਗਾ। ਇਹ ਕਿਹੜੇ ਸਿਸਟਮ ਦੀ ਗੱਲ ਕਰ ਰਹੇ ਨੇ? ਜਿਹੜਾ ਪਾਰਟੀ ਦਾ ਸਿਸਟਮ ਹੈ, ਜੋ ਕਾਂਗਰਸ ਦਾ ਕਲਚਰ ਹੈ, ਉਸ ਸਿਸਟਮ ਦੀ ਗੱਲ ਕਰ ਰਹੇ ਨੇ ਜਾਂ ਕਿਸੇ ਹੋਰ ਸਿਸਟਮ ਦੀ ਗੱਲ ਕਰ ਰਹੇ ਨੇ? ਦੇਖੋ, ਸਿਸਟਮ ਤਾਂ ਸ਼ੁਰੂ ਤੋਂ ਸੀ ਤੇ ਸਿਸਟਮ ਨੇ ਰਹਿਣਾ ਹੀ ਰਹਿਣਾ ਹੈ। ਇਸ ਕਰਕੇ ਸਿੱਧੂ ਸਾਹਿਬ ਨੂੰ ਆਪ ਸਮਝਣਾ ਚਾਹੀਦਾ ਕਿ ਇਸ ਸਿਸਟਮ ਦਾ ਕਰਨਾ ਕੀ ਹੈ, ਇਸ ਕਲਚਰ ਦਾ ਕਰਨਾ ਕੀ। ਚਾਹੇ ਉਹ ਕਾਂਗਰਸ ਦਾ ਕਲਚਰ ਹੈ, ਚਾਹੇ ਉਹ ਦੇਸ਼ ਦਾ ਕਲਚਰ ਹੈ, ਚਾਹੇ ਉਹ ਸਮਾਜ ਦਾ ਕਲਚਰ ਹੈ, ਚਾਹੇ ਉਹ ਪੰਜਾਬ ਦਾ ਕਲਚਰ ਹੈ,
इस दे विच ही रहना ते इन्हां लोकां दे विच ही रहना, इस सिस्टम दे विच ही रहना, तो क्यों ना सब दे नाल मिल के इन्हां खामियां नूं दूर कीता जाए। ये किस तरह दीयां स्टेटमेंट्स ने कि या तो मैं रहूँगा तो या सिस्टम रहूगा, इहदे उत्ते भी माहिर काफ़ी एतराज़ करते हैं। तो CM के चेहरे को लैके तो हजे भी विवाद बनया होया है कांग्रेस पार्टी के अंदर, तो कांग्रेस पार्टी इस दे नाल नजिठदी पई है। आम आदमी पार्टी भी एक तरह नाल हजे कुछ भी डिसाइड नहीं कर पा रही, हालांकि उन्होंने डिसाइड किए ने कई चेहरे जिहड़े अगे आउणगे, इलैक्शनस लड़नगे, पर पूरी तरह नाल कुछ भी डिसाइड नहीं हो रहा। कन्फ्यूजन बहुत है इस पार्टी के अंदर, क्योंकि स्ट्रक्चर ही इदां दा कि सब कुछ केजरीवाल साहब ने अपने हाथ च रखा होया है। अगों किसी का कुछ पता नहीं, किसी को कुछ पता नहीं, किसी ने की करना है तो किसी ने की नहीं करना। इस करके कई बार दल बदली भी हो जाती है, कई बार लोग पार्टी में छड्ड के दूसरी पार्टी के अंदर भी चले जाते हैं। तब BJP की स्थिति भी थोड़े सामने है, वो भी नाजुक है, पक्के पैरी होने वास्ते कोशिश करती पई है। देखो की बनता है। BJP की स्थिति हो गई नाजुक क्योंकि सेंसिटिव माहौल है, और अकाली दल की भी स्थिति हो गई नाजुक क्योंकि सेंसिटिव माहौल है। नाल दी नाल आम आदमी पार्टी की भी स्थिति हो गई नाजुक क्योंकि सेंसिटिव माहौल है, तो नाल दी नाल किसानां दी स्थिति जिहड़ियां पार्टियां बना के आईयां ने अगे, उन्हां दी स्थिति भी हो गई नाजुक क्योंकि सेंसिटिव माहौल है। कैप्टन साहब की पार्टी एक नवी पार्टी है जो BJP नाल हथ तां मिला चुकी है, पर देखो की कमाल करके दिखाते हैं। उन्हां दी भी स्थिति नाजुक है क्योंकि सेंसिटिव माहौल है। तो कुल मिला के सारियां पार्टियां की स्थिति इस वक्त नाजुक है। तो बाकी रह गए जिहड़े आज़ाद उम्मीदवार ने, छोटियां पार्टियां ने, उन्होंने तो हमेशा ये देखना कि उन्होंने फायदा किधर है, उन्होंने उहदे नाल गठजोड़ करके उधर ही जाना है। तो बाकी जी सारी स्थिति जो है लोगों के सामने समझ आ रही है, वो तो यह है कि इस वक्त नाजुक स्थितियों का दौर है। कुछ नहीं पता लग रहा किहड़ी पार्टी किहड़ी विचारधारा को लैके चल रही है, किहड़ी पार्टी किहड़ी सोच को लैके चल रही है। सब्ज बाग सारे दिखा रहे हैं, झूठ सारे बोल रहे हैं, गप्पां सारे सुना रहे हैं, पर किसी का ध्यान पंजाब के लोगों के बुनियादी मुद्दों वाल नहीं है। तो जदों लोग अगों सवाल पुछते हैं तो इन्हां सियासी आगुआं कोल कोई जवाब नहीं, गोल मोड़ गल्लां करके वक्त सार देंदे ने। पर सानू चाहिए है एक संजीदा सरकार, एक बदल चाहिए है, एक सॉलिड गवर्नमेंट चाहिए है जो साडे लई, पंजाब के लोगों लई, पंजाब के सूबे लई काम करे तहे दिलों सच्चे मन नाल। हुण मैं तुहाडे नाल सांझी करन जा रहा ब्रिटेन दे, इंग्लैंड दे वलायत दे प्राइम मिनिस्टर विंस्टन चर्चिल दी भविखबाणी। जदों भारत नूं आज़ादी नहीं मिली सी तां चर्चिल साहब ने आज़ाद भारत दे विच जिहड़े लीडर्स होणगे उन्हां दा किरदार किदां दा होएगा, उन्हां दा करैक्टर किदां दा होएगा, उस बारे भविखबाणी कीती सी सन 1947 तो पहला। की लिखदे ने, जे भारत नूं आज़ादी मिल जाती है तां सत्ता बदमाशां, ठग्गां, लुटेरियां दे हत्थां विच चली जावेगी। सारे भारती नेता घट समर्था वाले ते खाली दिमाग वाले होणगे। उन्हां कोल मिठियां गल्लां ते मूरख दिमाग होणगे। वो सत्ता लई आपस विच लड़नगे अते भारत सियासी झगड़ियां विच गुआच जावेगा। ये सी उन्हां दी भविखबाणी। हालांकि आज़ादी तो बाद बड़े काबिल लीडर्स मिले ने भारत नूं, एक तो एक कहंदा कुआंदा लीडर मिलिया भारत नूं, पढ़े लिखे सियासतदान, समझदार सियासतदान, क्वालीफाइड, इंटैलीजेंट, इंटलैक्चुअल, बहुत वड्डे वड्डे किरदारां दे मालिक, बहुत वड्डियां हस्तियां मिलियां ने भारत नूं। परंतु अज दा जो समा है, असीं वेख रहे हैं कि चर्चिल साहब दी भविखबाणी किते ना किते सच हुंदी साबित हो रही है। असीं देखदे हां हर पासे सत्ता नूं लैके जिस तरह आपस दे विच गठजोड़ हुंदे ने, आपस दे विच मन मुटाव हुंदे ने, आपस दे विच सुलह सफाई हुंदी है, आपस दे विच दोस्तियां हुंदियां ने, आपस दे विच दुश्मनियां हुंदियां ने, आपस दे विच रोसे हुंदे ने, आपस दे विच मनाउणा हुंदा है। ये सब सियासत दी खेड चलती रहिंदी है, क्योंकि सियासत दे विच ना दोस्ती पक्की हुंदी है, ना दुश्मनी पक्की हुंदी है। हाँ, मौका परस्ती जरूर पक्की हुंदी, क्योंकि सियासत दा खेड मौका परस्ती दा खेड है। टाइमिंग दी गल है, जो टाइमिंग संभाल गया वो सत्ता लै गया, जो टाइमिंग संभाल गया वो कुर्सी ते जाके बह गया। ये वक्री गल है, वो काबिल है या नहीं है उस कुर्सी दे उत्ते बैठण दे, वो काबिल है या नहीं है उस सत्ता दे विच आउण दे, ये वक्री गल है। पर जिस दी गेम फिट हो गई, जो समीकरण बना गया, जो अपनी दाल गला गया,
वो फिट हो गया परमानेंटली 5 साल के वास्ते उस कुर्सी के उत्ते। हुणे बाकी गल बाद की गल है कि वह काम किन्ने को वधिया करता है, काम किन्ने के लोगों के हित दे करता है, या फिर अपने हित दे ही काम करता है तो उन्होंने लोगों के हित दे काम करता है जिन्हों ने उसनों उस सत्ता की कुर्सी ते बिठाया है। हाँ, लोगों ने तो बेवकूफ बना ही दिता, तां तो लोगों दियां वोटां लीतियां ने, जितया है तो उस कुर्सी के उत्ते काबज होया है, तो हुण काबिज होना चाहता है वो सारे लोगों की किस्मत के उत्ते, सारे लोगों के वक्त के उत्ते, सारे लोगों के रोज़गार के उत्ते, सारे लोगों की फैमिली लाइफ के उत्ते, सारे लोगों की जिंदगी के उत्ते। तो काबज होने का जो हक मिलता है जमहूरीयत दे विच, वो लोगों की ताकत नाल ही मिलता है। तो फिर उस तो बाद लोगों की जो हालत की जाती है उहदे बारे सानू दस्सण की लोड़ नहीं, क्योंकि कोई भी शब्द असीं इस्तेमाल कर ही नहीं सकते, सारे शब्द घट पैणगे। लोगों की हालत तुसीं अपनी अखां नाल वेख सकते हो, जो हालत है पंजाब दे विच लोगों के जीवन की, किस पद्धर ते जीवन जी रहे हैं। तुसीं देखदे हो भुखमरी की हालत भी है, तुसीं देखदे हो बेरोज़गारी की हालत भी है, तुसीं देखदे हो खुदकुशियां की हालत भी है, तुसीं देखदे हो बच्चियां कोल पढ़ाई तो छड्डो रोज़गार किदां दा करना पैंदा है, उन्होंने सड़कों के उत्ते जाके भीख भी मंगनी पैंदी है। छोटे छोटे ढाबियां दे विच तुसीं देखदे हो उन्होंने भांडे मांजते हुए, जिस उम्रे उन्होंने जाना चाहिए स्कूल पढ़न लिखण वास्ते, वो काम करते हैं, खतरनाक भी काम करते हैं। कई बार वो कई तरह के कारखानियां दे विच जाके। इस स्थिति नूं समझो, एक खास उम्र का बच्चा, मान लो 6-7 साल का एक बच्चा, 8 साल का एक बच्चा सवेरे स्कूल बैग चुक के स्कूल जा रहा है अपने दोस्तों नाल, किसी बग्गे च बह के जा रहा है, पैदल जा रहा है, डैडी मम्मी छड्डन जा रहे हैं, किसी भी तरह वो स्कूल जा रहा है। जिस वक्त उसे एज का 7-8-9 साल का 6 साल का एक बच्चा बोरी चुकी हुई है, सिर्फ कागज़ इकट्ठे करता पाया, प्लास्टिक के लिफाफे इकट्ठे करता पाया, क्योंकि उन्हें रोज़ी रोटी कमानी है, उन्हें कुछ नहीं पता स्कूल का। हाँ, वो बच्चों को स्कूल जाते हुए जरूर देखता है, उसके अंदर एक ख्वाहिश भी आती होएगी कि वह भी स्कूल जाए, पर स्कूल जाने वास्ते पैसा चाहिए, क्योंकि असी देखते हैं सरकारी स्कूलों का जो हाल है वह भी असी देखते हैं, तो प्राइवेट स्कूल कितने महंगे ने वह भी असी देखते हैं। खैर, जो वो सरकारी स्कूल भी जाए तो भी वक्त चाहिए ना उत्थे जाने वास्ते। ठीक है, सरकार ने मिड डे मील शुरू किया कि तुहानू रोज़ी रोटी उत्थे मिल जाएगी, खाना उत्थे मिल जाएगा, फिर भी कई बार परिवार दी मजबूरियां होंदियां ने कि वो स्कूल नहीं जा सकता, इस करके बोरी चुक के वो गंद दे विचों लिफाफे इकट्ठे करता पाया, क्योंकि उहदे विचों उहदी रोटी मिलती है। तो ये स्थिति है साडे पंजाब दी, भारत की भी यही स्थिति है, तो कई होर मुल्कों भी असी ये स्थिति देखते हैं। हुण 26 जनवरी आने वाली है, तुसीं देखोगे निक्के निक्के बच्चों को यही जिहड़े बोरियां लैके कागज़ इकट्ठे करते हैं या भीख मंगते हैं, ट्रैफिक सिग्नलों के उत्ते जिहड़े कारां दे शीशे साफ करते हैं, उन्होंने तुसीं देखोगे निक्के निक्के झंडे चुके हुए हैं, वेचते पे ने 5 रुपए का एक झंडा, तिरंगे झंडे चुके हुए हैं। किसी भी ट्रैफिक सिग्नल के उत्ते जिहड़े पुलों के थल्ले रहिंदे ने उन्हां दी मैं गल करदा पिया, 5-5 रुपए के झंडे वेचते पे ने, तिरंगे झंडे। उन्होंने पुछो इस झंडे का मतलब की है, उन्होंने उस झंडे का मतलब नहीं पता, हालांकि वो उहदे अपने देश का झंडा है, लेकिन उन्होंने उसका मतलब नहीं पता। उन्होंने सिर्फ इन्ना पता है कि 3 रुपये का बाजार में खरीद के लिया तो 5 रुपए का वेचता पिया, तो एक झंडे मगर मैनू 2 रुपए बचणगे, तो जे सारे दिन जे 50 झंडे वेच दिते तो मैनू 100 रुपए दिहाड़ी बन जूगी। उन्होंने सिर्फ अपनी दिहाड़ी का पता है। क्यों नहीं उन्होंने अपने देश का पता, क्यों नहीं उन्होंने अपने देश के झंडे का पता? क्योंकि इन्हां सरकारां ने ते सरकारां विच बैठे लोगों ने उस बच्चे नूं कदी अपना समझिया ही नहीं। हाँ, गल्लां जरूर कीतियां ने, गप्पां जरूर मारियां ने, पर उन्हां बच्चों नूं कदी अपनाया नहीं, कदी उन्हां बारे सोचिया नहीं, कदी उन्होंने पुछया नहीं पुत्र अज रोटी खाधी कि नहीं खाधी, नहीं पुछया। हाँ, जे वो अपनी मेहनत सदका किसी तरह किसी वड्डे अहुदे ते पहुंच जाता तो फिर कहणगे ये है जी साडे भारत दा पुत्तर, ये है जी साडी धरती दा पुत्तर। उस धरती दे पुत्तर नूं, उस भारत दे पुत्तर नूं कदी तुसीं पुछया? कदी नहीं पुछया। ते जे अपनी मेहनत सदका अगे आ गया तो अज तुसीं उहनूं अपनाउंदे पए हो, उहनूं अपना कहंदे पए हो। क्यों? क्योंकि अज तुसीं उहनूं इस्तेमाल करना है अपने फायदे लई, अपने मकसद लई, उन्होंने किसी ना किसी तरह अपनी राह ते तोरना है, क्योंकि अपने मतलब तो बिना तुसी कभी भी उन्होंने अपना पुत्र नहीं कहोगे। जदों तक तुहानूं उहदे विच अपना फायदा ना दिखे, अपना निजी फायदा ना दिखे, तुसी उन्होंने कदी नहीं अपनाओगे। ये तुहाडा किरदार है, ये तुहाडी सोच है, इस तरह के लोग तुसी हो और इस तरह की सोच नाल तुसी चलते हो। हाँ, सारे इस सोच के मालिक नहीं हो सकते, एक्सैप्शन इज़ देयर। कोई ना कोई इंसान है जिहड़ा वधिया इंसान होएगा, चाहे 100 विचों 1 होवे, चाहे 100 विचों 5 होण, चाहे 100 विचों 10 होण।
ਜ਼ੀਰੋ ਰਿਜ਼ਲਟ ਤਾਂ ਨਹੀਂ ਹੋ ਸਕਦਾ, 100/0 ਤੋਂ ਕਦੀ ਨਹੀਂ ਹੋ ਸਕਦਾ, 100/1 ਤੋਂ ਲੈ ਕੇ 10 ਤੱਕ ਹੋ ਸਕਦਾ ਹੈ। ਉਹਨਾਂ ਠੀਕ ਲੋਕਾਂ ਨੇ ਹੀ ਹਰ ਮਾਹੌਲ ਨੂੰ ਸੰਭਾਲਣਾ ਹੁੰਦਾ ਹੈ ਔਰ ਉਹੀ ਸੰਭਾਲ ਕੇ ਬੈਠੇ ਨੇ, ਚਾਹੇ ਉਹ ਸਿਆਸਤ ਦਾ ਖੇਤਰ ਹੋਵੇ, ਚਾਹੇ ਉਹ ਕੋਈ ਹੋਰ ਖੇਤਰ ਹੋਵੇ। ਤਾਂ ਉਹਨਾਂ 1% ਤੋਂ ਲੈ ਕੇ 10% ਲੋਕਾਂ ਦੇ ਸਿਰ ਦੇ ਉੱਤੇ ਹੀ ਇਹ ਸਭ ਕੁਝ ਚੱਲਦਾ ਹੈ, ਸਾਰਾ ਸਿਸਟਮ ਚੱਲਦਾ ਹੈ, ਚਾਹੇ ਉਹ ਐਡਮਿਨਿਸਟ੍ਰੇਸ਼ਨ ਹੋਵੇ, ਚਾਹੇ ਉਹ ਫਾਈਨੈਂਸ ਹੋਵੇ, ਚਾਹੇ ਉਹ ਸਿਕਿਉਰਿਟੀ ਹੋਵੇ, ਇੰਟਰਨਲ ਐਕਸਟਰਨਲ ਦੋਵੇਂ ਤਰ੍ਹਾਂ ਦੀ। ਇਹੀ ਦੇਸ਼ ਨੂੰ ਚਲਾਉਂਦੇ ਨੇ ਜੋ ਵਾਕਈ ਕਿਰਦਾਰ ਦੇ ਸੱਚੇ ਨੇ, ਜੋ ਵਾਕਈ ਉਹਨਾਂ ਸ਼ਹੀਦਾਂ ਦੀ ਦਿਲੋਂ ਕਦਰ ਕਰਦੇ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਦਿੱਤੀਆਂ ਨੇ, ਜੋ ਵਾਕਈ ਆਪਣੇ ਦਿਲੋਂ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸੈਲਿਊਟ ਕਰਦੇ ਨੇ। ਮਾਹਿਰ ਮੰਨਦੇ ਨੇ ਕਿ ਪੰਜਾਬ ਦੀ ਸਿਆਸਤ ਧੜੇਬਾਜ਼ੀ ਦੀ ਸਿਆਸਤ ਹੈ, ਜਿਹਦੇ ਵਿੱਚ ਅਸੂਲ ਕਿਤੇ ਪਿੱਛੇ ਰਹਿ ਜਾਂਦੇ ਨੇ, ਸੱਚਾਈ ਕਿਤੇ ਪਿੱਛੇ ਰਹਿ ਜਾਂਦੀ ਹੈ। ਤੇ ਮਾਹਿਰ ਇਹ ਵੀ ਕਹਿੰਦੇ ਨੇ ਕਿ ਸੱਚਾਈ ਦਾ ਤੇ ਸਿਆਸਤ ਦਾ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਹੁੰਦਾ, ਕਿਉਂਕਿ ਸਿਆਸਤ ਦਾ ਮਤਲਬ ਹੈ ਸਿਆਸਤ, ਕਾਲਾ ਸੱਚ, ਝੂਠਾਂ ਦੀ ਹੀ ਸਾਰੀ ਗੇਮ ਹੁੰਦੀ ਹੈ। ਇਹ ਮਾਹਿਰ ਮੰਨਦੇ ਨੇ, ਪਰ ਕਿਤੇ ਨਾ ਕਿਤੇ ਸੱਚਾਈ ਵੀ ਵੇਖਣ ਨੂੰ ਮਿਲਦੀ ਹੈ, ਭਾਵੇਂ ਛੋਟੇ ਛੋਟੇ ਜੁਗਨੂਆਂ ਦੇ ਰੂਪ ਦੇ ਵਿੱਚ ਹੀ ਕਿਉਂ ਨਾ ਮਿਲੇ, ਕਿਤੇ ਕਿਤੇ ਟਿਮਟਮਾਉਂਦੀ ਹੋਈ ਸੱਚਾਈ ਜ਼ਰੂਰ ਨਜ਼ਰ ਆਉਂਦੀ ਹੈ। ਉਸੇ ਨੂੰ ਹੀ ਧਿਆਨ 'ਚ ਰੱਖ ਕੇ ਜਮਹੂਰੀਅਤ ਦੇ ਲੋਕ, ਪੰਜਾਬ ਦੇ ਲੋਕ ਅੱਗੇ ਵਧਦੇ ਨੇ ਤੇ ਵੋਟਾਂ ਪਾਉਣਾ ਆਪਣਾ ਧਰਮ ਸਮਝਦੇ ਨੇ ਤੇ ਵੋਟਾਂ ਪਾਉਣਾ ਆਪਣਾ ਸੰਵਿਧਾਨਿਕ ਹੱਕ ਸਮਝਦੇ ਨੇ, ਜੋ ਹੈ ਵੀ, ਤੇ ਉਹ ਨਿਭਾਉਂਦੇ ਵੀ ਨੇ ਆਪਣਾ ਧਰਮ, ਆਪਣਾ ਸੰਵਿਧਾਨਿਕ ਹੱਕ। ਤਾਂ ਇਸ ਚੀਜ਼ ਨੂੰ ਲੈ ਕੇ ਲੋਕ ਅੱਗੇ ਤੁਰਦੇ ਨੇ, ਪਰ ਲੋਕਾਂ ਨੂੰ ਵੀ ਕਈ ਤਰ੍ਹਾਂ ਦੇ ਕਨਫਿਊਜ਼ਨਸ ਹੁੰਦੇ ਨੇ, ਕਿਉਂਕਿ ਪਾਰਟੀਆਂ ਉਹਨਾਂ ਨੂੰ ਕਨਫਿਊਜ਼ਨ ਦੇ ਵਿੱਚ ਪਾ ਕੇ ਰੱਖਦੀਆਂ ਨੇ, ਕੁਝ ਵੀ ਕਲੀਅਰ ਨਹੀਂ ਕਰਦੀਆਂ, ਕੁਝ ਵੀ ਪਾਰਦਰਸ਼ੀ ਨਹੀਂ ਹੁੰਦਾ, ਕਿਉਂਕਿ ਸਿਆਸਤਦਾਨਾਂ ਦੀ ਗੇਮ ਇਹੀ ਹੁੰਦੀ ਹੈ ਕਿ ਜਿੰਨੇ ਭਰਮ ਭੁਲੇਖੇ ਪਾ ਕੇ ਰੱਖੇ ਜਾਣ ਓਨਾ ਹੀ ਸਾਡਾ ਫਾਇਦਾ ਹੋਏਗਾ। ਤੇ ਲੋਕ ਹਮੇਸ਼ਾ ਅਚੰਭੇ 'ਚ ਰਹਿੰਦੇ ਨੇ, ਲੋਕ ਹਮੇਸ਼ਾ ਸੋਚਾਂ 'ਚ ਰਹਿੰਦੇ ਨੇ ਇਹ ਕਰਨਾ ਕੀ ਚਾਹੁੰਦੇ ਨੇ। ਜਿਵੇਂ ਲੋਕ ਪੁੱਛਦੇ ਨੇ ਕਿ ਤੁਹਾਡੀ ਪਾਰਟੀ ਦਾ ਸੀਐਮ ਦਾ ਚਿਹਰਾ ਕੌਣ ਹੋਏਗਾ, ਕਿਉਂਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਮੁੱਦਿਆਂ ਤੋਂ ਜ਼ਿਆਦਾ ਸੀਐਮ ਦੇ ਚਿਹਰੇ ਦੇ ਉੱਤੇ ਜ਼ਿਆਦਾ ਟਿਕੀ ਹੋਈ ਹੈ, ਕਿਉਂਕਿ ਲੋਕ ਕਈ ਵਾਰ ਚਿਹਰੇ ਨੂੰ ਦੇਖ ਕੇ ਵੀ ਵੋਟਾਂ ਪਾਉਂਦੇ ਨੇ। ਤਾਂ ਅਕਾਲੀ ਪਾਰਟੀ ਦਾ ਤੇ ਬਿਲਕੁਲ ਸਾਫ਼ ਏਜੰਡਾ ਹੈ, ਕਿਉਂਕਿ ਬਾਦਲ ਪਰਿਵਾਰ ਦਾ ਪੂਰਾ ਦਬਦਬਾ ਹੈ ਅਕਾਲੀ ਪਾਰਟੀ ਦੇ ਉੱਤੇ, ਤਾਂ ਸੁਖਬੀਰ ਭਾਜੀ ਹੀ ਪਾਰਟੀ ਦੇ ਚਿਹਰੇ ਨੇ ਐਜ਼ ਸੀਐਮ, ਤੇ ਬਾਕੀ ਸਾਰੀ ਗੇਮ ਬਣਨ ਤੇ ਦੇਖਿਆ ਜਾਏਗਾ ਕਿਹਨੂੰ ਕਿਹੜਾ ਅਹੁਦਾ ਦੇਣਾ ਹੈ। ਕਾਂਗਰਸ ਦੇ ਅੰਦਰ ਹਜੇ ਤੱਕ ਕੋਈ ਡਿਸਾਈਡ ਨਹੀਂ ਹੋ ਰਿਹਾ ਕਿ ਕਿਹੜਾ ਸੀਐਮ ਦਾ ਚਿਹਰਾ ਹੋਏਗਾ। ਹਾਂ, ਚੰਨੀ ਸਾਹਿਬ ਨੂੰ 2 ਥਾਵਾਂ ਤੋਂ ਲੜਵਾਉਣ ਦੀ ਚੋਣਾਂ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ, ਤੇ ਜੇ ਚੰਨੀ ਸਾਹਿਬ 2 ਜਗ੍ਹਾ ਤੋਂ ਚੋਣਾਂ ਲੜਦੇ ਨੇ ਤਾਂ ਫਿਰ ਇਹ ਗੱਲ ਨਿਸ਼ਚਿਤ ਹੀ ਸਮਝੋ ਕਿ ਸੀਐਮ ਦਾ ਚਿਹਰਾ ਉਹ ਹੋਏਗਾ। ਇਹ ਮਾਹਿਰ ਮੰਨਦੇ ਨੇ। ਸੋ 2 ਥਾਂ ਤੋਂ ਚੋਣਾਂ ਲੜਵਾਉਣਾ, ਇੱਕ ਇਹ ਵੀ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਉਹਨਾਂ ਨੂੰ ਕੌਨਫੀਡੈਂਸ ਨਹੀਂ ਹੈ, ਸ਼ਾਇਦ ਇੱਕ ਥਾਂ ਤੋਂ ਹਾਰ ਜਾਣ ਦਾ ਖਤਰਾ ਹੈ, ਇਸ ਕਰਕੇ 2 ਥਾਵਾਂ ਤੋਂ ਚੋਣਾਂ ਲੜਵਾਉਣਾ ਚਾਹੁੰਦੇ ਨੇ। ਖੈਰ, ਸੀਐਮ ਦੀ ਕੁਰਸੀ ਦੇ ਵਾਸਤੇ ਹਮੇਸ਼ਾ ਕਾਂਗਰਸ ਦੀ ਇੱਕ ਸਟ੍ਰੈਟਜੀ ਰਹੀ ਹੈ, ਇਹ ਵੀ ਉਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੋਏਗਾ। ਜਾਖੜ ਸਾਹਿਬ ਵੀ ਮੌਜੂਦ ਨੇ, ਰੰਧਾਵਾ ਸਾਹਿਬ ਵੀ ਮੌਜੂਦ ਨੇ, ਚੌਧਰੀ ਸਾਹਿਬ ਵੀ ਮੌਜੂਦ ਨੇ, ਇਸ ਤਰ੍ਹਾਂ ਬਹੁਤ ਸਾਰੇ ਚਿਹਰੇ ਨੇ। ਪਿੱਛੇ ਜੇ ਗੱਲ ਹੋਈ ਸੀ 111 ਚਿਹਰੇ ਨੇ, 111 ਦਾ ਮਤਲਬ 3 AK, ਇੱਕ ਤਾਂ ਹੋ ਗਏ ਸਿੱਧੂ ਸਾਹਿਬ, ਇੱਕ ਹੋ ਗਏ ਚੰਨੀ ਸਾਹਿਬ ਤੇ ਇੱਕ ਹੋ ਗਏ ਜਾਖੜ ਸਾਹਿਬ। ਪਰ ਮਾਹਿਰ ਕਹਿੰਦੇ ਨੇ 111 ਦਾ ਮਤਲਬ 111 ਹੀ ਹੈ, ਤੇ 111 ਹੀ ਨਹੀਂ ਬਲਕਿ ਬਹੁਤ ਸਾਰੇ 111 ਨੇ, ਯਾਨੀ ਕਿ ਬਹੁਤ ਲੋਕ ਜਿਹੜੇ ਬੈਠੇ ਨੇ ਕਾਂਗਰਸ ਦੇ ਅੰਦਰ ਉਸ ਐਜ਼ ਸੀਐਮ ਅੱਗੇ ਆਉਣਾ ਚਾਹੁੰਦੇ ਨੇ। ਕਿਸੇ ਵਕਤ ਰਾਹੁਲ ਗਾਂਧੀ ਨੇ ਕਿਹਾ ਸੀ ਮਨਪ੍ਰੀਤ ਬਾਦਲ ਜੀ ਵੀ ਸਾਡਾ ਚਿਹਰਾ ਹੋ ਸਕਦੇ ਨੇ ਪੰਜਾਬ ਦੇ ਅੰਦਰ ਸੀਐਮ ਦਾ, ਜੋ ਇਸ ਵਕਤ ਖਜ਼ਾਨਾ ਮੰਤਰੀ ਨੇ। ਇਸ ਕਰਕੇ ਹਜੇ ਸੀਐਮ ਦੇ ਚਿਹਰੇ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਾਂਗਰਸ ਵੱਲੋਂ। ਹਾਲਾਂਕਿ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ 3 ਯੂਨਾਈਟਿਡ ਚਿਹਰੇ ਹੋਣਗੇ ਜਿਨ੍ਹਾਂ ਦਾ ਪੋਸਟਰ ਦੇ ਉੱਤੇ ਚਿਹਰਾ ਛਪਿਆ ਹੋਏਗਾ, ਜਾਖੜ ਸਾਹਿਬ, ਸਿੱਧੂ ਸਾਹਿਬ ਤੇ ਚੰਨੀ ਸਾਹਿਬ। ਪਰ ਜੋ ਸਾਡੇ ਸਿੱਧੂ ਸਾਹਿਬ ਨੇ ਉਹ ਰੁੱਸੇ ਹੋਏ ਨੇ ਕਿ ਨਹੀਂ ਜੀ, ਮੈਨੂੰ ਐਜ਼ ਸੀਐਮ ਪ੍ਰੋਜੈਕਟ ਕੀਤਾ ਜਾਏ। ਹਾਲਾਂਕਿ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹਨਾਂ ਨੇ 1 ਹਫ਼ਤੇ ਦਾ ਟਾਈਮ ਦਿੱਤਾ ਹੋਇਆ ਕਿ ਹਾਈ ਕਮਾਂਡ ਮੇਰੇ ਬਾਰੇ ਸੋਚ ਲਵੇ। ਹੁਣ 1 ਹਫ਼ਤੇ ਬਾਅਦ ਸਿੱਧੂ ਸਾਹਿਬ ਨੇ ਕੀ ਕਹਿਣਾ ਤੇ ਕੀ ਨਹੀਂ ਕਹਿਣਾ, ਇਹ ਤਾਂ ਸਿੱਧੂ ਸਾਹਿਬ ਦੇ ਮਨ ਦੀ ਗੱਲ ਹੈ, ਕਿਉਂਕਿ ਉਹਨਾਂ ਦੇ ਮਨ ਦਾ ਕਦੀ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਕਰਨਾ ਚਾਹੁੰਦੇ ਨੇ। ਤੇ ਅੱਜ ਦੇਖਿਆ ਜਾਵੇ ਤੇ ਪਾਰਟੀ ਦੇ ਅੰਦਰ ਵੀ ਉਹ ਆਪਣਾ ਕੋਈ ਧੜਾ ਨਹੀਂ ਬਣਾ ਸਕੇ। ਪਾਰਟੀ ਦੇ ਅੰਦਰ ਵੀ ਕੋਈ ਐਸਾ ਸ਼ਾਇਦ ਹੀ ਸ਼ਖਸ ਹੋਵੇ ਜਿਹੜਾ ਉਹਨਾਂ ਦੇ ਪਿੱਛੇ ਜਾ ਕੇ ਖੜਾ ਹੋਵੇ ਕਿ ਮੈਂ ਸਿੱਧੂ ਸਾਹਿਬ ਦੇ ਨਾਲ ਹਾਂ। ਬਿਲਕੁਲ ਇਕੱਲੇ ਲੱਗਦੇ ਨੇ ਇਸ ਵਕਤ। ਹਾਂ, ਬਿਆਨਬਾਜ਼ੀਆਂ, ਸਟੇਟਮੈਂਟਸ ਬਹੁਤ ਵੱਡੀਆਂ ਨੇ। ਉਹਨਾਂ ਦਾ ਇੱਕ ਪੰਜਾਬ ਮਾਡਲ ਵੀ ਹੈ ਜੋ ਉਹਨਾਂ ਦੇ ਦਿਮਾਗ ਦੇ ਅੰਦਰ ਹੀ ਹੈ, ਉਹਨਾਂ ਦੇ ਅੰਦਰ ਹੀ ਹੈ ਕਿ ਉਹ ਪੰਜਾਬ ਮਾਡਲ ਹੈ ਕੀ। ਸਾਹਮਣੇ ਨਹੀਂ ਰੱਖਿਆ, ਸਾਹਮਣੇ ਉਦੋਂ ਰੱਖਣਾ ਹੈ ਜਦੋਂ ਮੈਨੂੰ ਐਜ਼ PM ਪ੍ਰੋਜੈਕਟ ਕਰੋਗੇ, ਤੇ ਸ਼ਾਇਦ ਉਦੋਂ ਸਾਹਮਣੇ ਰੱਖਿਆ ਜਾਏ ਜਦੋਂ ਸਿੱਧੂ ਸਾਹਿਬ CM ਬਣ ਜਾਣਗੇ।
पता नहीं वो बननगे भी कि नहीं। तो प्रोजैक्ट मॉडल ਜਿਹੜਾ पंजाब के विकास का सिद्धू साहब के अंदर है, किते सिद्धू साहब के अंदर ही ना पिया रह जाए। पर सिद्धू साहब नूं चाहिए जिवें ट्वीट ते ट्वीट मारते हैं, उस मॉडल का कोई ना कोई अंग, कोई ना कोई अंश, कोई ना कोई झलक साडे सामने तो लियाउण, ताकि सानूं पता लगे कि सिद्धू साहब के अंदर किहड़ा मॉडल है, सिद्धू साहब के अंदर किहड़ा पंजाब वसदा है। हाँ, बहुत वधिया गल कहणगे कि मेरे अंदर पंजाब का सभ्याचार है, मेरे अंदर गुरुआं पीरां का पंजाब है। बहुत वधिया गल है, सिद्धू साहब बहुत वधिया इंसान ने, दिलों बहुत वधिया ने, पर सियासतदान किद्दां दे ने ये गल हजे सामने आनी बाकी है। हजे सिद्धू साहब नूं अपने आप नूं प्रूव करना बाकी है, हजे वो अपने आप नूं सिद्ध नहीं कर पा रहे। इस करके सिद्धू साहब नूं अपने आप नूं सिद्ध करना पैना है। तां देखो पार्टी के अंदर उन्हां दी की जगह बनती है। ते नाल दी नाल किसानां दी जे गल करिए तो राजेवाल साहब का चेहरा है ही ने संयुक्त समाज मोर्चा का, ते नाल दी नाल जिहड़ी संयुक्त संघर्ष मोर्चा है वो चड़ूनी साहब दी है। हुण अजे किहड़ा चेहरा ऐलान करना है ये पता नहीं, हो सकता है चड़ूनी साहब खुद ही CM बनना चाहते होण, ते नाल बब्बू मान जी भी आए ने अपना जूझदा पंजाब लैके। हो सकता है कि वो CM बनने च इंटरस्टिड होण, पर लगता नहीं कि वो CM बनने च इंटरस्टिड ने। कि जो उन्होंने किरदार देखिए तो वह किरदार हमेशा सेवा भावना वाला है, एक सेवक वाला है कि मैं अपने पंजाब की सेवा करना चाहना, एक पार्टी कारकुन बन के, एक वॉलंटियर बन के करना चाहना, जो उन्होंने किरदार है। बाकी दिल की किसी को पता नहीं होंगी, क्योंकि सियासत है, किसी की भी इच्छा किसी भी अहुदे वास्ते जाग सकती है। तो हुण गल करिए आपां आम आदमी पार्टी की, तो एक फोन नंबर दे दिता है जी कि फोन नंबर घुमाओ, अपने दिल की गल दसो कि तुसी एज CM किनू चाहते हो। क्योंकि पिछे जे जदों गल हुई सी कि ऐलान नहीं किया जा रहा भगवंत मान जी के चेहरे का एज CM, तो वह महीना सवा महीना पता नहीं 1.5 महीना अपनी पार्टी तो थोड़ी दूरी बना के बैठ गए सी, गतिविधियां तो पता नहीं रुस गए सी या कुछ सोच रहे सी, विचार कर रहे सी। क्योंकि कई बार सैल्फ इंट्रोस्पैक्शन भी करनी होंदी है कि मैं कित्थे कमज़ोर हाँ, मेरी कित्थे कमी है, मैं किहड़ा काम सही नहीं किया। इस करके अपने आप को करैक्ट करने वास्ते कई बार बंदा एकांतवास विच चला जाता, उत्थे बह के सोचता है, अपने आप को घोखदा है, फिर एक नवा रूप लैके, एक नवी परसनैलिटी, एक नवा किरदार लैके सामने आता है, बाहर आता है, तो बाहर आके फिर तो काम करना शुरू करता है। खैर, कहा जाता है कि केजरीवाल साहब ने कहा कि मैनू तो बहुत वधिया लगता है, भगवंत मान मेरे छोटे भरा वांग है, मैं इनू अगे वधाउणा चाहना, मैं इनू एज CM देखना चाहना पंजाब का। तो अगों भगवंत मान साहब कहते हैं कि आपां लोकां दी भी राय लै लईए, कमरे 'च बह के सारे पार्टी वर्करस आपस 'च राय बनाउने आ, इस नालों चंगा कि लोकां दी राय लै लईए। तो फिर लोगों की राय लैण वास्ते एक फ़ोन नंबर दे दिता गया कि तुसी फ़ोन नंबर घुमाओ, तुसी ये दसो कि एज CM कौन हो सकता है आम आदमी पार्टी चों जो तुसी चाहते हो। हुण उहदे च जरूरी सी लोकां वास्ते कि वो 2-3 ऑप्शनस तो दे देंदे, जिवें अमिताभ बच्चन साहब देंदे हुंदे ने ना कौन बनेगा करोड़पति दे विच, उवें ऑप्शनस दे देंदे कि फ़ोन घुमाओ, ये 3 ऑप्शनस ने, तिन्नां विचों कौन चाहिए। हुण ऑप्शन तो कोई दित्ती नहीं, हुण ऑप्शन तो बिना किहदा चेहरा आएगा, कोई CM साहब का कहेगा, ठीक है, जेडे भगवंत मान ने, हो सकते कई लोग केजरीवाल साहब नूं कहते हैं, कोई किसी होर नूं कहते हैं, और केजरीवाल साहब तो यह भी कहते हैं कि जो कोई बाहर का बंदा होया तो खुद भगवंत मान साहब जाके उन्होंने मना के लैके आउणगे। हुण जे लोगों ने सिद्धू साहब का चेहरा अनाउंस करने वास्ते कह दिता, हुण भगवंत मान साहब सिद्धू साहब नूं मनाउण जाणगे कि आओ जी तुसी ज्वाइन करो जी आम आदमी पार्टी, ते तुसी चीफ मिनिस्टर बनो पंजाब दे, जे तुसी चोणां 'च जित जांदे हो आम आदमी पार्टी ज्वाइन करन तो बाद। तो इस करके कन्फ्यूजन फिर हो गया। जिस समय पहला गल की है कि सियासतदान हमेशा कन्फ्यूजन च पा के रखते हैं, भंबल भूसे च पा के रखते हैं, ताकि लोगों को कुछ गेम समझ ना आए कि गेम की है। जिमें साडा फाइनांस सिस्टम है ना पूरी दुनिया का, बैंकिंग सिस्टम, फाइनांस सिस्टम, सब कुछ ये सारा फाइनांस सिस्टम भंबल भूसिया च पा के रखता है। हमेशा चलाकियां खेडते हैं जिहड़े इहदे पिछे गेम खेडते हैं, ताकि लोगों को पता ना लगे कि ये चाल की चलते पे ने। और तुसी देखो हमेशा पब्लिक का नुकसान होंदा है। टैक्स देने वाले सारे लोगों की जिहड़ी टैक्स मनी है उहदे उत्ते ये जिहड़े उत्ते बैठे लोग ने, भावें सियासतदान ने, भावें वड्डे वड्डे कॉरपोरेट हाउसिस, बिजनस हाउसिस ने, वो अपनी ऐश करते हैं, और लोग बेचारे वो अपनी EMI भरते रहते हैं, अपने लोन के किश्तां चुकाते रहते हैं, अपने ब्याज ही भरते रहते, बेचारिਆਂ ਨੂੰ कुछ पता नहीं लगता साडी इनकम का बनना की है, साडे पैसे का, साडी जायदाद का बनना की है। आम लोग हमेशा इस चक्कर च रहते हैं। ठीक उस तरह ही ये सियासतदान भी चक्कर च पा के रखते हैं, तो पता नहीं लगता आम लोगों को कि ये करन ते की करन, किनू वोट पाउण, किनू वोट ना पाउण। क्योंकि ये सियासतदान कोई गेम ही नहीं खोलते पे, अपने पत्ते नहीं दसते पे। ये पत्ते दसना पता नहीं गेम खेडण नूं कहंदे ने, पता नहीं चलाकियां नूं कहंदे ने, और आम लोग कहंदे ने पत्ते दसन का मतलब यह है कि भाई
ਤੁਸੀਂ ਦੱਸੋ ਤਾਂ ਸਹੀ ਕਰਨਾ ਕੀ ਚਾਹੁੰਦੇ ਹੋ ਤਾਂ ਕਿ ਸਾਡੇ ਪੱਲੇ ਕੁਝ ਪਵੇ ਤੇ ਅਸੀਂ ਤੁਹਾਡਾ ਸਾਥ ਦਈਏ, ਅਸੀਂ ਇਹ ਸੋਚੀਏ ਕਿ ਤੁਹਾਡਾ ਸਾਥ ਦਈਏ ਜਾਂ ਕਿਸੇ ਹੋਰ ਦਾ ਸਾਥ ਦਈਏ। ਇਸੇ ਕਰਕੇ ਇਹ ਮੁੱਠੀ ਬੰਦ ਰੱਖਦੇ ਨੇ, ਕਿਉਂਕਿ ਸਿਆਣੇ ਕਹਿੰਦੇ ਨੇ ਨਾ, ਜਦੋਂ ਤੱਕ ਮੁੱਠੀ ਬੰਦ ਹੈ ਉਦੋਂ ਤੱਕ ਉਹਦੀ ਕੀਮਤ ਹੈ, ਜਦੋਂ ਮੁੱਠੀ ਖੋਲ ਦਿੱਤੀ ਉਦੋਂ ਤੱਕ ਉਹਦੀ ਕੋਈ ਕੀਮਤ ਰਹਿ ਨਹੀਂ ਜਾਂਦੀ, ਕਿਉਂਕਿ ਸਭ ਕੁਝ ਲੋਕਾਂ ਨੂੰ ਪਤਾ ਲੱਗ ਗਿਆ। ਤਾਂ ਗੱਲ ਮਾਮਲਾ ਹੁਣ ਸੀਐਮ ਦੇ ਚਿਹਰੇ ਤੇ ਆ ਕੇ ਟਿਕਿਆ ਹੈ। ਤਾਂ ਇਹ ਇੱਕ ਸਿਆਸਤ ਦੀ ਗੇਮ ਹੈ ਕਿ ਪਾਰਟੀਆਂ ਕਈ ਵਾਰ ਸਿਆਸਤ ਖੇਡਦੇ ਹੋਏ ਚੋਣਾਂ ਦੇ ਦੌਰਾਨ ਹੀ ਸੀਐਮ ਦਾ ਚਿਹਰਾ ਅਨਾਉਂਸ ਕਰ ਦਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਫਾਇਦਾ ਹੋਏਗਾ, ਵੋਟਾਂ ਜ਼ਿਆਦਾ ਆਉਣਗੀ। ਤੇ ਕਈ ਵਾਰ ਉਹ ਸੀਐਮ ਦਾ ਚਿਹਰਾ ਛੁਪਾ ਕੇ ਰੱਖਦੇ ਨੇ, ਲੁਕੋ ਕੇ ਰੱਖਦੇ ਨੇ ਕਿ ਵਕਤ ਆਏ ਤੇ ਦੱਸਾਂਗੇ, ਚੋਣਾਂ ਜਿੱਤਣ ਤੋਂ ਬਾਅਦ ਦੱਸਾਂਗੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਸਪੈਂਸ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਵੋਟਾਂ ਜ਼ਿਆਦਾ ਆਉਣਗੀਆਂ, ਅਸੀਂ ਜਿੱਤ ਸਕਦੇ ਹਾਂ। ਸੋ ਇਹ ਸਾਰੀਆਂ ਗੇਮਸ ਨੇ। ਲੋਕਾਂ ਨੂੰ ਚਾਹੀਦਾ ਇਹਨਾਂ ਗੇਮਸ ਤੋਂ ਸਾਵਧਾਨ ਰਹਿਣ, ਇਹਨਾਂ ਗੇਮਸ ਨੂੰ ਸਮਝਣ ਤੇ ਸੋਚ ਸਮਝ ਕੇ ਆਪਣੀ ਵੋਟ ਦੇਣ। ਭਾਰਤ ਦੀ ਸਿਆਸਤ 4 ਪੁਆਇੰਟਸ ਦੇ ਉੱਤੇ ਟਿਕੀ ਹੋਈ ਹੈ। ਪਹਿਲਾ ਧਰਮ, ਦੂਜਾ ਜ਼ਾਤ, ਤੀਜਾ ਇਲਾਕਾ, ਚੌਥਾ ਬੋਲੀ। ਇਹ ਚਾਰਾਂ ਮੁੱਦਿਆਂ ਦੇ ਉੱਤੇ ਸਿਆਸਤਦਾਨ ਜਾਣ-ਬੁੱਝ ਕੇ, ਸੋਚ ਸਮਝ ਕੇ ਐਸੇ ਭਾਸ਼ਣ ਦਿੰਦੇ ਨੇ, ਐਸੀ ਵਿਚਾਰਧਾਰਾ ਦਿੰਦੇ ਨੇ ਕਿ ਲੋਕਾਂ ਦੀਆਂ ਭਾਵਨਾਵਾਂ ਭੜਕਣ ਤੇ ਉਹ ਭਾਵਨਾਵਾਂ ਦੇ ਵਿੱਚ ਆ ਕੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾਉਣ, ਜਿਵੇਂ ਉਹ ਚਾਹੁੰਦੇ ਨੇ ਉਵੇਂ ਕਰਨ। ਤਾਂ ਕਈ ਮਾਹਿਰ ਮੰਨਦੇ ਨੇ ਕਿ ਇਹ ਸਾਰੀ ਗੇਮ ਤੇ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ, ਤਕਰੀਬਨ 10 ਸਾਲ ਬਾਅਦ ਹੀ ਸ਼ੁਰੂ ਹੋ ਗਈ ਸੀ ਤੇ ਹੁਣ ਤੱਕ ਚੱਲਦੀ ਪਈ ਹੈ। ਤੇ ਪਰ ਕਈ ਮਾਹਿਰ ਮੰਨਦੇ ਨੇ ਕਿ ਨਹੀਂ, ਇਹ ਤੇ ਆਜ਼ਾਦੀ ਤੋਂ ਪਹਿਲਾਂ ਵੀ ਸੀ। ਇਹਨਾਂ ਮੁੱਦਿਆਂ ਦੇ ਉੱਤੇ ਆਧਾਰਿਤ ਹੋ ਕੇ ਹੀ ਤਾਂ ਭਾਰਤ ਦੀ ਵੰਡ ਹੋਈ, ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ। ਇਹ ਸੋਚ ਤਾਂ ਸ਼ੁਰੂ ਤੋਂ ਹੀ ਹੈ। ਇਹ ਚਾਰਾਂ ਮੁੱਦਿਆਂ ਨੂੰ ਲੈ ਕੇ ਜੋ ਸਾਡੀ ਸੋਚ ਵਿੱਚ ਸ਼ੁਰੂ ਤੋਂ ਤੁਰੇ ਆ ਰਹੇ ਨੇ, ਇਹਨਾਂ ਚਾਰਾਂ ਮੁੱਦਿਆਂ ਨੂੰ ਲੈ ਕੇ ਹੀ ਹਰ ਤਰ੍ਹਾਂ ਦੀ ਸਿਆਸਤ ਖੇਡੀ ਜਾਂਦੀ ਹੈ। ਤੇ ਇਸ ਵਕਤ ਵੀ ਸਿਆਸਤ ਦਾ ਬਾਜ਼ਾਰ ਗਰਮ ਹੈ। ਪੰਜਾਬ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੀ ਫਿਰੋਜ਼ਪੁਰ ਰੈਲੀ ਦੇ ਦੌਰਾਨ ਜੋ ਸਿਕਿਉਰਿਟੀ ਬ੍ਰੀਚ ਹੋਇਆ ਹੈ, ਉਸ ਨੂੰ ਲੈ ਕੇ ਬੜੇ ਤਰ੍ਹਾਂ ਦੇ ਗੈਰ ਜ਼ਿੰਮੇਵਾਰਾਨਾ ਬਿਆਨ ਆ ਰਹੇ ਨੇ, ਜਿਨ੍ਹਾਂ ਦਾ ਸੰਵਿਧਾਨਿਕ ਪੱਧਰ ਵੀ ਬਹੁਤ ਹੀ ਡਾਊਨ ਹੈ, ਬਹੁਤ ਹੀ ਗਿਆ ਗੁਜ਼ਰਿਆ। ਮਤਲਬ ਇਸ ਤਰ੍ਹਾਂ ਦੇ ਬਿਆਨ ਨਹੀਂ ਆਣੇ ਚਾਹੀਦੇ ਜ਼ਿੰਮੇਵਾਰ ਲੋਕਾਂ ਵੱਲੋਂ, ਐਸੇ ਗੈਰ ਜ਼ਿੰਮੇਦਾਰਾਨਾ ਬਿਆਨ, ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਮਾਮਲਾ ਸੁਪਰੀਮ ਕੋਰਟ ਕੋਲ ਹੈ, ਕਮੇਟੀ ਬਣ ਚੁੱਕੀ ਹੈ, ਇਨਕੁਆਇਰੀ ਹੋ ਰਹੀ ਹੈ। ਪਰ ਉਸ ਤੋਂ ਬਾਅਦ ਵੀ ਤੁਸੀਂ ਇਸ ਤਰ੍ਹਾਂ ਦੇ ਬਿਆਨ ਦਿੰਦੇ ਹੋ। ਇੱਕ ਬਿਆਨ ਆਇਆ ਕਿ ਸੀਐਮ ਚੰਨੀ ਸਾਹਿਬ ਨੂੰ ਗ੍ਰਿਫਤਾਰ ਕਰ ਲਵੋ, ਉਹਨਾਂ ਨੂੰ ਪਾਵਰ ਵਿੱਚ ਬਣੇ ਰਹਿਣ ਦਾ ਕੋਈ ਹੱਕ ਨਹੀਂ। ਹੁਣ ਇਹ ਬਿਆਨ ਦੇਣਾ ਇੱਕ ਸੰਵਿਧਾਨਿਕ ਅਹੁਦੇ ਤੇ ਬੈਠੇ ਹੋਏ ਸੀਐਮ ਦੇ ਲਈ ਇਹ ਕੋਈ ਜਾਇਜ਼ ਗੱਲ ਨਹੀਂ, ਬਿਲਕੁਲ ਗਲਤ ਗੱਲ ਹੈ। ਕਿਸੇ ਵੀ ਮੁੱਦੇ ਨੂੰ ਤੁਸੀਂ ਸਿਆਸੀ ਰੰਗਤ ਦਿੰਦੇ ਹੋ, ਕਿਸੇ ਵੀ ਮੁੱਦੇ ਨੂੰ ਤੁਸੀਂ ਧਾਰਮਿਕ ਰੰਗਤ ਦਿੰਦੇ ਹੋ, ਇਹ ਕੋਈ ਸਿਆਣੀ ਗੱਲ ਨਹੀਂ। ਸੋਚਣਾ ਇਹ ਚਾਹੀਦਾ ਹੈ ਕਿ ਤੁਹਾਡੀ ਇਸ ਹਰਕਤ ਕਰਕੇ ਦੇਸ਼ ਕਿਸ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ, ਸਮਾਜ ਕਿਸ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ। ਕਈ ਵਾਰ ਲੱਗਦਾ ਹੈ ਕਿ ਅੰਗਰੇਜ਼ਾਂ ਨੇ ਜਿਹੜੀ ਇਹ ਕੱਟੜਪੰਥੀ ਦੀ ਸਿਆਸਤ ਸਿਰਜੀ ਸੀ ਆਪਣੇ ਫਾਇਦੇ ਦੇ ਲਈ ਆਜ਼ਾਦੀ ਤੋਂ ਪਹਿਲਾਂ, ਕਿ ਉਹ ਭਾਰਤ ਦੇ ਉੱਤੇ ਹੁਕੂਮਤ ਕਿਵੇਂ ਕਰਨ, ਉਹ ਕੱਟੜਪੰਥੀ ਦੀ ਸਿਆਸਤ ਅੱਜ ਵੀ ਚੱਲ ਰਹੀ ਹੈ। ਉਸ ਤੋਂ 1 ਇੰਚ ਵੀ ਅੱਗੇ ਨਹੀਂ ਵਧੀ, ਉੱਥੇ ਹੀ ਖੜੀ ਹੈ। ਚਾਹੇ ਉਹ ਧੜੇਬਾਜ਼ੀ ਦੀ ਗੱਲ ਹੋਵੇ, ਚਾਹੇ ਉਹ ਕਿਸੇ ਇਨਸਾਨ ਦੀ ਪੂਜਾ ਕਰਨ ਦੀ ਗੱਲ ਹੋਵੇ ਕਿ ਇੱਕ ਇਨਸਾਨ ਨੂੰ ਤੁਸੀਂ ਇੰਨਾ ਕਾਬਿਲ ਇੱਕ ਅਵਤਾਰ ਹੀ ਮੰਨ ਲਵੋ ਕਿ ਉਹਦੇ ਹੀ ਗੁਣ ਗਾਈ ਚਲੋ ਸਾਰਾ ਦਿਨ, ਇਹ ਵੀ ਇੱਕ ਤਰ੍ਹਾਂ ਦੀ ਕੱਟੜਪੰਥੀ ਹੈ। ਤੇ ਤੁਸੀਂ ਕਿਸੇ ਧਰਮ ਨੂੰ ਲੈ ਕੇ ਕੱਟੜਪੰਥੀ ਕਰੋ, ਕਿਸੇ ਸਮਾਜ ਨੂੰ ਲੈ ਕੇ ਕੱਟੜਪੰਥੀ ਕਰੋ, ਕਿਸੇ ਇਲਾਕੇ ਨੂੰ ਲੈ ਕੇ ਕੱਟੜਪੰਥੀ ਕਰੋ, ਕਿਸੇ ਜ਼ਾਤ ਨੂੰ ਲੈ ਕੇ ਕੱਟੜਪੰਥੀ ਕਰੋ, ਕਿਸੇ ਬੋਲੀ ਨੂੰ ਲੈ ਕੇ ਕੱਟੜਪੰਥੀ ਕਰੋ। ਇਹ ਤੁਸੀਂ ਸੋਚੋ ਇਹ ਕਿਸ ਦਿਸ਼ਾ ਵੱਲ ਅੱਗੇ ਵਧ ਰਹੇ ਹੋ। ਤੇ ਜਦੋਂ ਇੱਕ ਜਨਰੇਸ਼ਨ ਐਸੀ ਵੀ ਹੈ ਸਾਡੇ ਭਾਰਤ ਦੇ ਵਿੱਚ, ਬਲਕਿ ਅਸੀਂ ਦੇਖਦੇ ਹਾਂ ਕਿ ਪੂਰਾ ਆਵਾ ਹੀ ਉੱਤਿਆ ਪਿਆ, ਉਹ ਜਨਰੇਸ਼ਨ ਜਿਹੜੀ ਆਪਣੀਆਂ ਜੜ੍ਹਾਂ ਤੋਂ ਬਿਲਕੁਲ ਟੁੱਟ ਚੁੱਕੀ ਹੈ। ਪਤਾ ਨਹੀਂ ਉਹ ਕਿਹੜੀ ਜਨਰੇਸ਼ਨ ਹੈ। ਉਹਨਾਂ ਦੇ ਉੱਤੇ ਮੀਡੀਆ ਦਾ, ਉਹਨਾਂ ਦੇ ਉੱਤੇ ਮਾਰਕੀਟਿੰਗ ਦਾ, ਉਹਨਾਂ ਦੇ ਉੱਤੇ ਬ੍ਰਾਂਡਸ ਦਾ ਇਹ ਸਭ ਇੰਨਾ ਅਸਰ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਆਉਣ ਵਾਲੀ ਪੀੜ੍ਹੀ। ਇਹ ਭਾਰਤ ਦੀਆਂ ਜੋ ਮੂਲ ਜੜ੍ਹਾਂ ਨੇ, ਸਾਡੇ ਸੰਸਕਾਰ, ਸਾਡੇ ਸੱਭਿਆਚਾਰ ਤੋਂ ਟੁੱਟੀ ਹੋਈ ਹੈ। ਇਹਨਾਂ ਨੂੰ ਕਿਸੇ ਵੇਲੇ, ਕਿਸੇ ਵਕਤ ਕਿਧਰੇ ਵੀ ਮੋੜਿਆ ਜਾ ਸਕਦਾ ਹੈ। ਇਸ ਕਰਕੇ ਇਹਨਾਂ ਨੂੰ ਸੰਭਾਲਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਹਾਲਾਂਕਿ ਬਹੁਤ ਸਾਰੇ ਐਸੇ ਨੌਜਵਾਨ ਨੇ ਜਿਨ੍ਹਾਂ ਦੇ ਅੰਦਰ ਉਹਨਾਂ ਦੇ ਮਾਤਾ ਪਿਤਾ ਨੇ ਐਸੇ ਸੰਸਕਾਰ ਦਿੱਤੇ ਹੋਏ ਨੇ ਕਿ ਉਹ ਭਟਕਦੇ ਨਹੀਂ, ਪਰ ਅਸੀਂ ਭਟਕਾਓ ਦੇਖਦੇ ਹਾਂ ਆਪਣੇ ਪੰਜਾਬ ਦੇ ਅੰਦਰ, ਆਪਣੇ ਭਾਰਤ ਦੇ ਅੰਦਰ। ਇਹ ਭਟਕਾਓ ਹੀ ਹੈ ਜਿਹੜਾ ਨਸ਼ਿਆਂ ਵੱਲ ਲੈ ਕੇ ਗਿਆ ਨੌਜਵਾਨਾਂ ਨੂੰ, ਕਿਉਂਕਿ ਬੇਰੁਜ਼ਗਾਰੀ ਵੀ ਹੈ, ਇਹ ਵੀ ਭਟਕਾਓ ਹੈ। ਇਸ ਭਟਕਾਓ ਤੋਂ ਬਚਣ ਵਾਸਤੇ, ਬੇਰੁਜ਼ਗਾਰੀ ਦੇ ਭਟਕਾਓ ਤੋਂ ਬਚਣ ਵਾਸਤੇ, ਟੈਨਸ਼ਨਸ ਤੋਂ, ਪ੍ਰੈਸ਼ਰਸ ਤੋਂ ਬਚਣ ਵਾਸਤੇ ਨਸ਼ਿਆਂ ਵੱਲ ਨੌਜਵਾਨ ਚਲੇ ਗਏ। ਤੇ ਅੱਜ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਮੁੱਦਾ ਹੈ।
इस दे बारे कोई पार्टी कुछ नहीं बोलती। हाँ, गल्लां बहुत हो रही ने, बहुत देर तो बहुत गल्लां हो रही ने, पर कोई सियासी आगू कुछ नहीं बोलता कि इस मुद्दे का करना की है। मैनीफेस्टो दे विच जरूर लिखदियां ने हर सियासी पार्टियां कि इस मुद्दे नूं जड़ां तो खत्म करना है, पर यह मुद्दा साडियां जड़ां खत्म करता पिया, सानू जड़ां तो बिना करता पिया, क्योंकि असी अपनियां जड़ां तो टुट चुके हाँ, असी अपने सभ्याचार तो टुट चुके हाँ, असी अपने गुरुआं पीरां दियां सिੱਖਿਆਵਾਂ तो टुट चुके हाँ। इस करके हर सियासी पार्टी का जिम्मा है कि वो उन्हां सिੱਖਿਆਵਾਂ ਦੇ मुताबिक पंजाब का निर्माण करे, पंजाब की सियासत का निर्माण करे, पंजाब के समाज का निर्माण करे, जो गुरुआं पीरां दियां सिੱਖਿਆਵਾਂ ने, जिन्ना करके साडी धरती पूरी दुनिया दे विच जानी जाती है, साडा पंजाब पूरी दुनिया दे विच जानिया जाता है। इस करके किसी भी मुद्दे नूं सियासी रंगत देना, किसी भी मुद्दे नूं धार्मिक रंगत देना ये गलत है। इस तो पहला ये सोच लेना चाहिए कि असी अपने देश नूं, जनरेशन नूं किधर लैके जा रहे हैं, किहड़ी दिशा वाल अगे वधा रहे हैं। ये जिहड़ा हेटरेड दा पॉलिटिक्स है कि लोगों के अंदर दूजे धर्म के लोगों वास्ते, दूजे इलाकों के लोगों वास्ते, दूजी बोली बोलण वाले लोगों के वास्ते, दूजी जात के लोगों के वास्ते नफरत भर दो। ये नफरत की जिहड़ी राजनीति है ना, इसनूं स्टॉप करना है, क्योंकि ये नफरत की राजनीति किसी के हक विच नहीं है। जो इसनूं क्रिएट करते हैं, जो इसकी सिरजना करते हैं, उन्हां दे हक विच भी नहीं है, क्योंकि वो आप भी अपने वास्ते खुद खतरा पैदा कर रहे हैं इस तरह की राजनीति करके। इस करके ये सुप्रीम कोर्ट का मैटर है, PM सिक्योरिटी ब्रीच का, इसनूं सुप्रीम कोर्ट के कोल ही रहन दईए और सुप्रीम कोर्ट नूं ही इहदे उत्ते फैसला करन दईए, क्योंकि असीं सारे ही सुप्रीम कोर्ट की काबलियत नूं जानते हाँ, पछाणते हाँ। ये संविधान है साडा भारत का, सानूं अपने भारत के संविधान के उत्ते विश्वास होना चाहिए। इस करके कोई भी गैर संवैधानिक स्टेटमेंट, कोई भी ऐसा ऐलान सानू अपने मूँहों नहीं कटना चाहिए जो साडे संविधान के गरिमा के खिलाफ होवे, जो साडे भारत की संस्कृति संस्कारां के खिलाफ होवे। इस करके सियाणे कहंदे ने, पहला तोलो फिर बोलो। सानू बहुत खुशी है कि तुसी चोण दंगल का हिस्सा बने। होर अपडेट्स के लिए वेखते रहो पंजाब मेल USA TV। सत श्री अकाल जी।